ਮੋਂਗਾ ਸਰ ਦੀ ਮੈਥ ਕਲਾਸ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਸਕਰੀਨ ਤੇ ਤੁਸੀਂ ਵੇਖ ਰਹੇ ਹੋ ਸ਼੍ਰੇਣੀ 9ਵੀਂ ਵਿਸ਼ਾ ਗਣਿਤ, ਜਿਹੜਾ 21 ਦਸੰਬਰ 2020 ਨੂੰ ਆਫਲਾਈਨ ਪੇਪਰ ਤੁਸੀਂ ਦੇ ਕੇ ਚੁੱਕੇ ਹੋ। ਉਸ ਪ੍ਰਸ਼ਨ ਪੱਤਰ ਦੇ ਇੱਕ ਅੰਕਾਂ ਵਾਲੇ ਭਾਗ ਊੜਾ ਦੇ ਸਾਰੇ ਪ੍ਰਸ਼ਨਾਂ ਦਾ ਹੱਲ ਤੁਸੀਂ ਇਸ ਵੀਡੀਓ ਲੈਕਚਰ ਵਿੱਚ ਵੇਖੋਗੇ। ਆਓ ਸ਼ੁਰੂ ਕਰਦੇ ਹਾਂ। ਪ੍ਰਸ਼ਨ ਪਹਿਲਾ, ਭਾਗ ਪਹਿਲਾ, 35/100 ਦਾ ਦਸ਼ਮਲਵ ਰੂਪ ਕੀ ਹੋਏਗਾ, ਯਾਨੀ ਕਿ ਵਟ ਇਜ਼ ਦਾ ਡੈਸੀਮਲ ਪ੍ਰੈਜੈਂਟੇਸ਼ਨ ਆਫ 35/100। ਪਰ ਵਿਦਿਆਰਥੀਓ ਨੀਚੇ ਇੱਕ ਦੇ ਨਾਲ ਦੋ ਸਿਫਰ ਹੈ, ਇਹਦਾ ਮਤਲਬ ਜਦੋਂ ਅਸੀਂ ਉਹ 100 ਨੂੰ ਹਟਾਵਾਂਗੇ ਤਾਂ ਜਿਹੜਾ 35 ਹੈ ਇਹ 2 ਡਿਜਿਟ ਵਾਲਾ ਨੰਬਰ ਹੈ, ਤਾਂ 2 ਡਿਜਿਟ ਹੀ ਡੈਸੀਮਲ ਦੇ ਪਿੱਛੇ ਛੋੜਨੇ ਹੈ। ਇਸ ਕਰਕੇ 0.35 ਯਾਨੀ ਕਿ 0.3535 ਇਸ ਦਾ ਸਹੀ ਜਵਾਬ ਹੈ। ਇਸੇ ਤਰ੍ਹਾਂ ਹੀ ਦੂਸਰੇ ਭਾਗ ਦੇ ਵਿੱਚ ਕੀ ਹੈ, 5 ਦਾ ਘਣ ਮੂਲ। ਇਹ ਘਣ ਮੂਲ ਦਾ ਚਿੰਨ੍ਹ ਹੈ ਪਿਆਰੇ ਵਿਦਿਆਰਥੀਓ। ਜਦੋਂ ਅਸੀਂ ਘਣ ਮੂਲ ਦਾ ਚਿੰਨ੍ਹ ਹਟਾਉਣਾ ਹੈ ਉਹਦਾ ਘਾਤ ਅੰਕ ਰੂਪ ਕੀ ਹੋਊਗਾ, 5 ਦੀ ਘਾਤ 1/3 ਯਾਨੀ ਕਿ ਡੀ ਆਪਸ਼ਨ ਹੈ ਇਸ ਪ੍ਰਸ਼ਨ ਦਾ ਸਹੀ ਜਵਾਬ ਹੈ। ਪ੍ਰਸ਼ਨ ਨੰਬਰ 1 ਦਾ ਹੀ ਭਾਗ ਤੀਜਾ, ਹੇਠਾਂ ਦਿੱਤੀਆਂ ਸੰਖਿਆਵਾਂ ਵਿੱਚੋਂ ਕਿਹੜੀ ਸੰਖਿਆ ਅਪਰਮੇय ਹੈ। ਸਾਡੇ ਕੋਲੇ 4 ਸੰਖਿਆਵਾਂ ਨੇ, ਇਹਦੇ ਵਿੱਚੋਂ ਇਹ ਵਾਲੀ ਸੰਖਿਆ ਪਹਿਲੀ ਹੈ, ਪਲੱਸ ਦਾ ਵੀ ਵਰਗਮੂਲ 23 ਹੈ, ਮਾਈਨਸ ਦਾ ਵੀ ਵਰਗਮੂਲ 23 ਹੈ, ਦੋਨੋਂ ਕੱਟੇ ਜਾਣਗੇ, 3 ਰਹਿ ਜੂ, 3 ਪ੍ਰਮੇय ਸੰਖਿਆ ਹੈ। ਆਪਾਂ ਨੂੰ ਅਪਰਮੇय ਪੁੱਛਿਆ, ਇਹ ਵਰਗਮੂਲ 25 ਹੈ, ਇਹਦਾ ਜਿਹੜਾ ਵਰਗਮੂਲ ਹਟਾਉਣ ਤੋਂ ਬਾਅਦ ਇਹ 5 ਬਣ ਜਾਏਗਾ। ਇੱਥੇ ਵੀ ਵਰਗਮੂਲ 7 ਹੇਠਾਂ ਵੀ ਆ, ਉੱਪਰ ਵੀ ਕੱਟ ਕੇ 2/7, ਯਾਨੀ ਕਿ ਇਹ ਸਾਰੀਆਂ ਪਹਿਲੀ ਸੀ ਅਤੇ ਡੀ ਇਹ ਸਾਰੀਆਂ ਪ੍ਰਮੇय ਬਣ ਜਾਣਗੀਆਂ, ਪਰ ਬੀ ਜਿਹੜੀ ਹੈ ਇਹ ਸਰਲ ਰੂਪ ਦੇ ਵਿੱਚ ਪਹਿਲਾਂ ਹੀ ਹੈ ਤੇ ਇਹਦੇ ਵਿੱਚ ਵਰਗਮੂਲ ਦਾ ਚਿੰਨ੍ਹ ਨਜ਼ਰ ਆਉਂਦਾ, ਇਸ ਕਰਕੇ ਇਹ ਹੀ ਇਕੱਲੀ ਅਪਰਮੇय ਸੰਖਿਆ ਹੈ। ਇਸੇ ਤਰ੍ਹਾਂ ਹੀ ਅਗਲਾ ਜਿਹੜਾ ਪ੍ਰਸ਼ਨ ਹੈ ਇਸ ਨੂੰ ਆਪਾਂ ਥੋੜਾ ਸਰਲ ਕਰਦੇ ਹਾਂ। ਜਿਵੇਂ ਕਿ ਵਿਚਾਲੇ ਜਿਹੜਾ ਹੈਗਾ ਗੁਣਾ ਦਾ ਚਿੰਨ੍ਹ ਹੈ, ਤਾਂ ਜਿਹੜਾ ਆਧਾਰ ਸਮਾਨ ਹੋਣ ਤੇ ਉਹਨਾਂ ਦੇ ਵਿਚਾਲੇ ਗੁਣਾ ਦਾ ਚਿੰਨ੍ਹ ਹੋਣ ਤਾਂ ਪਹਿਲਾ ਜਿਹੜੀ ਘਾਤ ਹੈ ਉਹਦੇ ਵਿੱਚ ਦੂਸਰੀ ਘਾਤ ਜਿਹੜੀ ਆ ਉਹ ਐਡ ਹੋ ਜਾਂਦੀ ਹੈ, ਤੁਹਾਨੂੰ ਇਹ ਨਿਯਮ ਪਤਾ ਹੈ। ਤਾਂ ਇਸ ਵੇਲੇ ਸਰਲ ਹੋ ਕੇ 2 ਦੀ ਘਾਤ -3 ਰਹਿ ਜਾਏਗੀ, ਇਹ -3। ਹੁਣ 2 ਦੀ ਘਾਤ -3 ਦਾ ਮਤਲਬ ਹੈ ਵੀ ਇਹਨੂੰ ਬਟੇ ਰੂਪ ਦੇ ਵਿੱਚ 2 ਦੀ ਘਾਤ ਜਿਹੜੀ ਆ ਉਹ +3 ਬਣ ਜੂ, ਤੇ ਜੇ ਇਹਨੂੰ ਹੋਰ ਸਰਲ ਕਰੀਏ 2 ਦੀ ਘਾਤ 3 ਦਾ ਮਤਲਬ ਹੁੰਦਾ 8, ਯਾਨੀ ਕਿ 1/8 ਇਹ ਆਪਸ਼ਨ ਹੈ ਜਿਹੜੀ ਉਹ ਸਹੀ ਜਵਾਬ ਹੈ। ਭਾਗ ਪੰਜਵਾਂ, ਕੇ ਦਾ ਮੁੱਲ ਦੱਸੋ ਜਦੋਂ ਕਿ x = 2 y = 1 ਸਮੀਕਰਨ 2x + 3y = k ਦਾ ਇੱਕ ਹੱਲ ਹੈ। ਤਾਂ ਆਪਣੇ ਕੋਲ ਜਿਹੜਾ ਹੈਗਾ 2 ਦੇ ਨਾਲ ਜਿਹੜਾ x ਗੁਣਾ ਹੈ ਉੱਥੇ x ਦਾ ਮੁੱਲ ਆਪਾਂ ਭਰ ਦਿਆਂਗੇ, +3 ਦੇ ਨਾਲ y ਗੁਣਾ, y ਦਾ ਮੁੱਲ 1 ਹੈ, ਇਹ ਬਣ ਗਿਆ 3 ਗੁਣਾ 1, ਸੱਜੇ ਪਾਸੇ ਸਾਡੇ ਕੋਲੇ k ਹੈ। ਹੁਣ 2 ਦੂਣੀ 4 +3 × 3 7, 4 + 3 ਦਾ ਮਤਲਬ 7, ਉਹ ਕਿਹਦਾ ਮੁੱਲ ਬਣ ਗਿਆ, k ਦਾ, ਯਾਨੀ ਕਿ ਇਹ ਆਪਸ਼ਨ ਹੈ ਜਿਹੜੀ ਉਹ ਸਹੀ ਜਵਾਬ ਹੈ। ਇਸੇ ਤਰ੍ਹਾਂ ਹੀ ਅਗਲਾ ਜਿਹੜਾ ਭਾਗ ਹੈ ਉਹਦੇ ਵਿੱਚ ਬਹੁਤ ਆਸਾਨੀ ਨਾਲ ਤੁਸੀਂ a ਦਾ ਮੁੱਲ ਲੱਭਣਾ ਹੈ। ਜਿਹੜੀ ਸਮੀਕਰਨ 3x ਹੈ, ਯਾਨੀ ਕਿ x ਦਾ ਗੁਣਾਂਕ 3 ਹੈ, ਪਰ ਵਿਆਪਕ ਰੂਪ ਦੀ ਸਮੀਕਰਨ ਦੇ ਵਿੱਚ x ਦਾ ਗੁਣਾਂਕ a ਹੈ, ਤਾਂ a ਦਾ ਮੁੱਲ ਹੀ x ਦਾ ਗੁਣਾਂਕ ਹੋਏਗਾ, ਉਹ ਕੀ ਹੈ 3, b ਆਪਸ਼ਨ ਹੈ ਜਿਹੜੀ ਉਹ ਸਹੀ ਜਵਾਬ ਹੈ। y ਧੁਰੇ ਤੇ ਸਥਿਤ ਕਿਸੇ ਬਿੰਦੂ ਦੇ ਨਿਰਦੇਸ਼ਾਂਕ ਕੀ ਹਨ। ਜਿੱਥੇ ਭੁਜ ਦਾ ਮੁੱਲ 0 ਹੋਵੇ ਤੇ ਕੋਟੀ ਦਾ ਮੁੱਲ ਬਿਨਾਂ 0 ਵਾਲਾ ਹੋਵੇ, ਉਹ ਬਿੰਦੂ y ਧੁਰੇ ਦੇ ਉੱਤੇ ਲਾਏ ਕਰੇਗਾ। ਇਹਦਾ ਮਤਲਬ b ਆਪਸ਼ਨ ਦੇ ਵਿੱਚ ਭੁਜ ਦਾ ਮੁੱਲ ਜਿਹੜਾ ਹੈਗਾ ਉਹ 0 ਹੈ, ਕੋਟੀ ਦਾ ਮੁੱਲ ਜਿਹੜਾ ਉਹ y ਹੈ, ਬਿਨਾਂ 0 ਤੋਂ ਹੈ। ਇਹਦਾ ਮਤਲਬ b ਆਪਸ਼ਨ 0, y ਕਿੱਥੇ ਸਥਿਤ ਹੋਏਗਾ, y ਧੁਰੇ ਤੇ ਸਥਿਤ ਹੋਏਗਾ। ਭਾਗ 8ਵਾਂ, ਬਹੁਤ ਹੀ ਮਹੱਤਵਪੂਰਨ ਅਤੇ ਆਸਾਨ, ਮੂਲ ਬਿੰਦੂ ਦੇ ਨਿਰਦੇਸ਼ਾਂਕ ਕੀ ਹੁੰਦੇ ਹਨ, 0, ਯਾਨੀ ਕਿ c ਆਪਸ਼ਨ ਹੈ ਇਹ ਸਹੀ ਜਵਾਬ ਹੈ। ਭਾਗ 9ਵਾਂ, 2 ਕਾਟਵੀਆਂ ਰੇਖਾਵਾਂ ਦੁਆਰਾ ਬਣੇ ਕਿਹੜੇ ਕੋਣ ਬਰਾਬਰ ਹੁੰਦੇ ਹਨ, b ਆਪਸ਼ਨ ਸਹੀ ਹੈ, ਸਿਖਰ ਸਨਮੁਖ ਕੋਣ। 10ਵਾਂ ਭਾਗ, 2 ਸਮਾਨਾਂਤਰ ਰੇਖਾਵਾਂ ਵਿੱਚ ਕਾਟਵੀਂ ਰੇਖਾ ਦੁਆਰਾ ਬਣੇ ਇੱਕ ਪਾਸੇ ਦੇ ਅੰਦਰੂਨੀ ਕੋਣਾਂ ਦਾ ਜੋੜਫਲ, ਯਾਨੀ ਕਿ ਕੋਇੰਟੀਰੀਅਰ ਐਂਗਲ ਦੀ ਗੱਲ ਕੀਤੀ ਗਈ ਹੈ। ਅੰਦਰੂਨੀ ਕੋਣਾਂ ਦਾ ਜੋੜ ਇੱਕ ਪਾਸੇ ਦਾ ਜਿਹੜਾ ਹੁੰਦਾ ਉਹ ਸਪਲੀਮੈਂਟਰੀ ਹੁੰਦਾ ਹੈ, ਯਾਨੀ ਕਿ b ਆਪਸ਼ਨ 180 ਡਿਗਰੀ ਹੁੰਦਾ ਹੈ ਜਿਨ੍ਹਾਂ ਦਾ ਜੋੜ, ਇਹ ਵਾਲੀ ਆਪਸ਼ਨ ਸਹੀ ਜਵਾਬ ਹੈ। ਸਮਾਨਾਂਤਰ ਚਤੁਰਭੁਜ ਦੇ ਲਾਗਵੇਂ ਕੋਣਾਂ ਦਾ ਜੋੜ, ਬਿਲਕੁਲ ਇਹ ਵੀ ਇਸੇ ਨਾਲ ਦਾ ਹੀ ਸਮਾਂ ਹੈ। ਸਮਾਨਾਂਤਰ ਚਤੁਰਭੁਜ ਦੇ ਲਾਗਵੇਂ ਕੋਣਾਂ ਦਾ ਜੋੜ ਵੀ 180 ਡਿਗਰੀ ਹੁੰਦਾ ਹੈ, ਆਪਸ਼ਨ ਬੀ ਸਹੀ ਜਵਾਬ। ਪ੍ਰਸ਼ਨ ਨੰਬਰ 1 ਦਾ ਹੀ ਭਾਗ 12ਵਾਂ, ਜੇਕਰ ਤ੍ਰਿਭੁਜ ਦਾ ਪਰਿਮਾਪ 40 ਸੈਂਟੀਮੀਟਰ ਹੋਵੇ ਅਤੇ 2 ਭੁਜਾਵਾਂ 10 ਸੈਂਟੀਮੀਟਰ ਤੇ 14 ਸੈਂਟੀਮੀਟਰ ਹੋਣ ਤਾਂ ਤੀਸਰੀ ਭੁਜਾ, ਪਿਆਰੇ ਵਿਦਿਆਰਥੀਓ ਪਰਿਮਾਪ ਕੀ ਹੁੰਦਾ, ਤਿੰਨੋਂ ਭੁਜਾਵਾਂ ਦਾ ਜੋੜ।
ਤਾਂ ਉਹਨਾਂ ਦਾ ਜੋੜ ਜਿਹੜਾ ਹੈ ਉਹ ਪਹਿਲਾਂ ਹੀ ਸਾਨੂੰ ਕਿੰਨਾ ਦਿੱਤਾ ਹੋਇਆ ਹੈ 40। ਇਹਦੇ ਵਿੱਚੋਂ ਦੋ ਭੁਜਾਵਾਂ ਦਾ ਜੋੜ ਜਿਹੜੀਆਂ ਦਿੱਤੀਆਂ ਉਹਨਾਂ ਦਾ ਇੱਕ 10 ਹੈ ਤੇ ਦੂਜਾ 14 ਯਾਨੀ ਕਿ 24 ਮਾਈਨਸ ਕਰ ਦਈਏ ਤੀਜੀ ਭੁਜਾ ਕਿੰਨੀ ਆਏਗੀ 16। ਆਪਸ਼ਨ ਬੀ ਹੈ ਜਿਹੜੀ ਉਹ ਸਹੀ ਜਵਾਬ ਹੈ। ਇਸ ਤੋਂ ਬਾਅਦ 13ਵਾਂ ਭਾਗ ਹੈ ਜਿਹੜਾ, ਜੇਕਰ ਇੱਕ ਠੋਸ ਸਿਲੰਡਰ ਦਾ ਅਰਧ ਵਿਆਸ ਅਤੇ ਉਚਾਈ ਕ੍ਰਮਵਾਰ r ਸੈਂਟੀਮੀਟਰ ਅਤੇ h ਸੈਂਟੀਮੀਟਰ ਹੋਵੇ, ਸਿਲੰਡਰ ਦਾ ਆਇਤਨ ਪਤਾ ਕਰੋ। ਇੱਥੇ ਆਇਤਨ ਦਾ ਸੂਤਰ ਹੀ ਦੱਸਣਾ ਆਪਾਂ, ਪਾਏ r ਸਕੁਅਰ h, ਇਹ ਸਿਲੰਡਰ ਦੇ ਆਇਤਨ ਦਾ ਸੂਤਰ ਹੈ। ਸੋ ਆਪਸ਼ਨ ਸੀ ਹੈ ਜਿਹੜੀ ਉਹ ਸਹੀ ਜਵਾਬ ਹੈ। ਭਾਗ ਨੰਬਰ 14, 15, 40, 25 ਇਹ ਸਾਰੇ ਅੰਕੜੇ ਲਿਖੇ ਹੋਏ ਆ, ਇਹਨਾਂ ਦੀ ਅਸੀਂ ਮੱਧਿਕਾ ਪਤਾ ਕਰਨੀ ਹੈ। ਇੱਥੇ ਅਸੀਂ ਧਿਆਨ ਰੱਖਣਾ ਕਿ ਜਦੋਂ ਵੀ ਮੱਧਿਕਾ ਪਤਾ ਕਰਨੀ ਹੈ ਅਸੀਂ ਪਹਿਲਾਂ ਦਿੱਤੇ ਹੋਏ ਅੰਕੜਿਆਂ ਨੂੰ ਚੜ੍ਹਦੇ ਕ੍ਰਮ ਵਿੱਚ ਜ਼ਰੂਰ ਲਿਖਣਾ, ਉਸ ਤੋਂ ਬਾਅਦ ਆਪਾਂ ਪ੍ਰਸ਼ਨ ਸ਼ੁਰੂ ਕਰਨਾ। ਜੇ ਅਸੀਂ ਚੜ੍ਹਦੇ ਕ੍ਰਮ ਵਿੱਚ ਨਹੀਂ ਲਿਖਾਂਗੇ ਤਾਂ ਸਾਡਾ ਜਿਹੜਾ ਉੱਤਰ ਹੈ ਮੱਧਿਕਾ ਦਾ ਉਹ ਗਲਤ ਹੋ ਜਾਏਗਾ। ਹੁਣ ਇੱਥੇ ਅਸੀਂ ਆ ਹੇਠਾਂ ਜਿਹੜੇ ਹੈਗੇ ਅੰਕੜੇ ਸਾਰੇ ਇਹ ਚੜ੍ਹਦੇ ਕ੍ਰਮ 'ਚ ਲਿਖ ਲਏ ਹੈ ਤੇ ਇਹਨਾਂ ਨੂੰ ਕਾਊਂਟ ਵੀ ਕਰ ਲੈਣਾ। ਉੱਪਰ ਵਾਲੇ ਜਿਹੜੇ ਅੰਕੜੇ ਸਾਰੇ 11 ਨੇ, ਜਦੋਂ ਅਸੀਂ ਚੜ੍ਹਦੇ ਕ੍ਰਮ 'ਚ ਲਿਖਿਆ ਉਦੋਂ ਵੀ ਕੋਈ ਫਰਕ ਨਹੀਂ ਪਿਆ, ਅਸੀਂ 11 ਅੰਕੜੇ ਹੀ ਸਾਡੇ ਹੋਣੇ ਚਾਹੀਦੇ ਹੈ। ਉਸ ਤੋਂ ਬਾਅਦ ਸਾਡੇ ਕੋਲੇ ਕੀ ਹੈ, 5 ਅੰਕੜੇ ਜਿਹੜੇ ਪਹਿਲੇ ਆ 1 2 3 4 5 ਇਹਨਾਂ ਨੂੰ ਇੱਕ ਪਾਸੇ ਰਹਿਣ ਦਿਓ, ਮਗਰਲੇ ਜਿਹੜੇ 5 ਅੰਕੜੇ ਆ ਉਹਨਾਂ ਨੂੰ ਇੱਕ ਪਾਸੇ ਰਹਿਣ ਦਿਓ, ਵਿਚਕਾਰਲਾ ਮੁੱਲ ਹੈ ਜਿਹੜਾ ਉਹ ਮੱਧਿਕਾ ਹੈ, ਯਾਨੀ ਕਿ 28 ਜਿਹੜਾ ਹੈ ਉਹ ਮੱਧਿਕਾ ਹੈ। ਇਸ ਵੇਲੇ ਇਹ ਆਪਸ਼ਨ ਆ ਸਾਡੀ ਉਹ ਸਹੀ ਜਵਾਬ ਹੋਏਗਾ। 15ਵਾਂ ਭਾਗ, ਇੱਕ ਚਤੁਰਭੁਜ ਦੇ 3 ਕੋਣਾਂ ਦਾ ਮਾਪ 100 ਡਿਗਰੀ 90 ਡਿਗਰੀ 110 ਡਿਗਰੀ ਹੈ। ਚੌਥਾ ਕੋਣ ਕੀ ਹੋਵੇਗਾ? ਪਿਆਰੇ ਵਿਦਿਆਰਥੀਓ, ਇੱਥੇ ਅਸੀਂ ਤਿੰਨਾਂ ਕੋਣਾਂ ਦਾ ਮਾਪ ਪਹਿਲਾਂ ਜੋੜ ਕਰ ਲਾਂਗੇ ਤੇ 360 ਡਿਗਰੀ ਚਾਰੇ ਕੋਣਾਂ ਦਾ ਜਿਹੜਾ ਜੋੜ ਹੁੰਦਾ ਹੈ 360 ਚੋਂ ਮਾਈਨਸ ਕਰਾਂਗੇ ਤਾਂ ਸਾਡੇ ਕੋਲੇ ਚੌਥੇ ਕੋਣ ਦਾ ਮਾਪ ਆ ਜਾਏਗਾ। ਜਦੋਂ ਅਸੀਂ ਇਹਨਾਂ ਨੂੰ ਸਾਰੇ ਨੂੰ ਜੋੜਦੇ ਹਾਂ ਤਾਂ ਸਾਡੇ ਕੋਲੇ 300 ਡਿਗਰੀ ਬਣਦਾ ਹੈ। ਦੇਖੋ 110 ਤੇ 90 200 ਤੇ 100 300, ਅਸੀਂ 360 ਡਿਗਰੀ ਚੋਂ ਇਹਨੂੰ ਮਾਈਨਸ ਕਰਾਂਗੇ, ਚੌਥੇ ਕੋਣ ਦਾ ਮਾਪ ਆਏਗਾ ਇਕੱਲਾ 60 ਡਿਗਰੀ, ਯਾਨੀ ਕਿ ਆਪਸ਼ਨ ਡੀ ਹੈ ਉਹ ਸਹੀ ਜਵਾਬ ਹੈ। ਮੱਧਮਾਨ ਪਤਾ ਕਰਨਾ ਆਪਾਂ 16ਵੇਂ ਭਾਗ ਦੇ ਵਿੱਚ, ਜਿੰਨੇ ਸਾਡੇ ਕੋਲੇ ਅੰਕੜਿਆਂ ਨੂੰ ਅਸੀਂ ਪ੍ਰੇਖਣ ਕਹਿੰਦੇ ਆ, ਪ੍ਰੇਖਣਾਂ ਦਾ ਜੋੜ ਕਰੋਗੇ ਤਾਂ ਇਹ 75 ਆਏਗਾ। ਪ੍ਰੇਖਣਾਂ ਦੀ ਗਿਣਤੀ ਕਿੰਨੀ ਹੈ? 5। ਅਸੀਂ ਜਦੋਂ 75 ਨੂੰ 5 ਤੇ ਵੰਡਾਂਗੇ 15 5 75 ਹੁੰਦੇ ਆ, ਯਾਨੀ ਕਿ 15 ਸਾਡਾ ਮੱਧਮਾਨ ਹੈ। ਬੀ ਆਪਸ਼ਨ ਹੈ ਜਿਹੜਾ ਉਹ ਸਹੀ ਜਵਾਬ ਹੈ। ਪ੍ਰਸ਼ਨ ਨੰਬਰ 2, ਜਿਹਦੇ ਵਿੱਚ ਅਸੀਂ ਸਹੀ ਜਾਂ ਗਲਤ ਦੀ ਚੋਣ ਕਰਨੀ ਹੈ। ਆਓ ਸ਼ੁਰੂ ਕਰਦੇ ਹਾਂ। ਇੱਕ ਪਾਸੇ ਨੂੰ ਯਾਨੀ ਕਿ ਡਾਇਸ ਨੂੰ ਸੁੱਟਣ ਤੇ ਜਿਸਤ ਅੰਕ ਆਉਣ ਦੀ ਸੰਭਾਵਨਾ ਕੀ ਹੁੰਦੀ ਹੈ? ਜਿਸਤ ਅੰਕ ਕਿੰਨੇ ਹੋਣਗੇ? ਗਿਣਤੀ ਵਿੱਚ 3 ਅੰਕ ਜਿਸਤ ਹੁੰਦੇ ਆ, 2 4 ਤੇ 6, ਤੇ ਕੁੱਲ ਗਿਣਤੀ ਪਾਸੇ ਉੱਤੇ ਅੰਕਿਤ ਸੰਖਿਆਵਾਂ ਹੁੰਦੀਆਂ 6। 3/6 ਕੱਟ ਕੇ ਜਦੋਂ ਅਸੀਂ ਇਹਨੂੰ ਕਰਾਂਗੇ ਸਰਲ ਤਾਂ ਉਹ ਹੋ ਗਿਆ 1/2। ਇਹਨਾਂ ਨੇ 1/2 ਕਿਹਾ, ਇਹਦਾ ਮਤਲਬ ਇਹ ਸਹੀ ਜਵਾਬ ਹੈ। 2 - x + x ਦੀ ਘਾਤ 2 ਵਿੱਚ x ਦੀ 2 ਦਾ ਗੁਣਾਂਕ 1 ਹੈ। ਜਿਹੜੀ ਸਾਡੇ ਕੋਲੇ ਪਲੱਸ ਵਾਲੀ x ਦੀ 2 ਹੈ, ਇਹਦੇ ਅੱਗੇ ਕੁਛ ਨਹੀਂ ਹੈ ਤਾਂ ਉਹ 1 ਪਲੱਸ ਦਾ ਹੀ ਹੈ, ਤਾਂ ਉਹਨਾਂ ਨੇ ਵੀ ਗੁਣਾਂਕ 1 ਕਿਹਾ, ਇਹਦਾ ਮਤਲਬ ਇਹ ਵੀ ਸਹੀ ਕਥਨ ਹੈ। ਬਹੁਪਦ p of x ਬਰਾਬਰ ax ਦੀ 0 0 ਹੈ, ਯਾਨੀ ਕਿ ਕੋਈ ਸਿਫਰ ਨਹੀਂ, ਪਰ ਇਹ ਰੇਖੀ ਬਹੁਪਦ ਹੈ। ax ਰੇਖੀ ਬਹੁਪਦ ਦੀ 1 0 ਹੁੰਦੀ ਹੈ, ਇਸ ਕਰਕੇ ਇਹ ਕਥਨ ਜਿਹੜਾ ਹੈ ਗਲਤ ਹੋ ਗਿਆ। ਅਗਲਾ x ਦੀ 3 + 3x ਦੀ 2 + 3x + 1 ਨੂੰ x ਨਾਲ ਭਾਗ ਦੇਣ ਤੇ ਬਾਕੀ ਕਹਿੰਦੇ 0 ਹੀ ਬਚੇਗਾ। ਹੁਣ ਜਦੋਂ ਅਸੀਂ ਕਿਸੇ ਇਸ ਤਰ੍ਹਾਂ ਦੇ ਬਹੁਪਦ ਨੂੰ x ਨਾਲ ਭਾਗ ਦਿੰਦੇ ਆ ਤਾਂ ਉਹਦਾ ਹਰੇਕ ਭਾਗ ਹੀ x ਨਾਲ ਵੱਖਰਾ ਵੱਖਰਾ ਵੰਡਿਆ ਜਾਂਦਾ ਹੈ। ਤਾਂ ਜਦੋਂ ਅਸੀਂ ਇੱਥੇ x ਦੀ 3 ਨੂੰ x ਨਾਲ ਵੰਡਾਂਗੇ ਸਾਡੇ ਕੋਲ x ਦੀ 2 ਬਚੇਗਾ, 3x ਦੀ 2 ਨੂੰ ਅਸੀਂ ਵੰਡਾਂਗੇ ਤਾਂ ਉਹ ਕੀ ਬਚੇਗਾ? 3x ਬਚੇਗਾ, ਕਿਉਂਕਿ 1x x ਦੀ 2 ਨੂੰ ਕੱਟ ਕੇ ਇਕੱਲਾ x ਰਹਿ ਜਾਏਗਾ। ਇੱਥੇ ਸਾਡੇ ਕੋਲ 3 ਰਹਿ ਜਾਏਗਾ, ਯਾਨੀ ਕਿ ਇਹ ਸਾਰਾ ਕੈਂਸਲ ਹੋ ਕੇ 0 ਨਹੀਂ ਬਣਦਾ। ਇਹਦਾ ਮਤਲਬ ਇਹ ਕਥਨ ਜਿਹੜਾ ਹੈ ਗਲਤ ਹੈ। ਤ੍ਰਿਭੁਜ ਦੀ ਵੱਡੀ ਭੁਜਾ ਦੇ ਸਾਹਮਣੇ ਕੋਣ ਵੱਡਾ ਹੁੰਦਾ ਹੈ? ਹੁਣ ਇਹ ਆਪਾਂ ਨੂੰ ਪਤਾ ਹੈ ਕਿ ਵੱਡੀ ਭੁਜਾ ਦੇ ਸਾਹਮਣੇ ਕੋਣ ਵੱਡਾ ਤੇ ਛੋਟੀ ਭੁਜਾ ਦੇ ਸਾਹਮਣੇ ਕੋਣ ਛੋਟਾ, ਇਹ ਗੱਲ ਸਹੀ ਹੈ। 6ਵਾਂ ਭਾਗ ਹੈਗਾ ASS ਤੇ SSA ਸਰਬੰਗ ਸਮਤਾ ਦੇ ਨਿਯਮ ਹਨ। ਜਦੋਂ ਅਸੀਂ ਤੁਹਾਨੂੰ ਸਰਬੰਗ ਸਮਤਾ ਦੇ ਨਿਯਮ ਦੱਸਦੇ ਹਾਂ ਉਹ 'ਚ ਇੱਕ 3S ਵਾਲਾ ਹੁੰਦਾ SSS, ਇੱਕ ਹੁੰਦਾ ASA, ਇੱਕ ਹੁੰਦਾ SAS ਤੇ ਇੱਕ RHS। ਇਹ ਤਾਂ ਹੁੰਦਾ ਹੀ ਨਹੀਂ, ਇਹਦਾ ਮਤਲਬ ਇਹ ਗੱਲ ਗਲਤ ਹੈ। ਸਮਕੋਣੀ ਤ੍ਰਿਭੁਜ ਦੇ ਸਾਰੇ ਕੋਣ ਬਰਾਬਰ ਹੁੰਦੇ ਆ? ਕਦੇ ਵੀ ਨਹੀਂ। ਸਮਕੋਣੀ ਤ੍ਰਿਭੁਜ ਦੇ ਵਿੱਚ ਤਾਂ ਇੱਕ ਕੋਣ 90 ਦਾ ਹੁੰਦਾ ਹੈ, ਬਾਕੀ 90 ਤੋਂ ਛੋਟੇ ਹੁੰਦੇ ਆ, ਇਸ ਕਰਕੇ ਇਹ ਕਥਨ ਵੀ ਗਲਤ ਹੈ। ਤਾਂ ਇਸ ਦੂਜੇ ਪ੍ਰਸ਼ਨ ਦੇ ਸਾਰੇ ਭਾਗਾਂ ਦਾ ਹੱਲ ਇਕੱਠੇ ਰੂਪ ਵਿੱਚ ਤੁਹਾਨੂੰ ਨਜ਼ਰ ਆ ਰਿਹਾ ਹੈ। ਪਹਿਲੇ 2 ਸਹੀ ਨੇ, ਅਗਲੇ 2 ਗਲਤ ਨੇ, ਉਸ ਤੋਂ ਬਾਅਦ ਇੱਕ ਸਹੀ ਤੇ ਲਾਸਟ ਵਾਲੇ ਜਿਹੜੇ ਹੈਗੇ ਆ
6ਵਾਂ ਤੇ 7ਵਾਂ ਉਹ ਗਲਤ ਨੇ। ਪ੍ਰਸ਼ਨ ਨੰਬਰ 2 ਦਾ ਹੀ ਆਖਰੀ ਭਾਗ 8ਵਾਂ CPCT ਤੋਂ ਭਾਵ ਸਰਬੰਗਸਮ ਤ੍ਰਿਭੁਜਾਂ ਦੇ ਸੰਗਤ ਭਾਗ ਹੁੰਦਾ ਹੈ। ਇਹ ਬਿਲਕੁਲ ਇਸ ਨੂੰ ਅਸੀਂ ਸਹੀ ਕਵਾਂਗੇ। ਪਿਆਰੇ ਵਿਦਿਆਰਥੀਓ, ਇਹਦੇ ਵਿੱਚ ਤੁਹਾਨੂੰ ਥੋੜਾ ਅਸੀਂ ਦੱਸ ਵੀ ਦਈਏ ਕਿ ਅੰਗਰੇਜ਼ੀ ਵਿੱਚ ਇਹਨੂੰ ਅਸੀਂ ਕਿਸ ਤਰ੍ਹਾਂ ਬੋਲਦੇ ਹਾਂ। C ਤੋਂ ਮਤਲਬ ਹੁੰਦਾ ਹੈ ਕੋਰਸਪੋਂਡਿੰਗ ਯਾਨੀ ਕਿ ਅਨੁਸਾਰੀ, P ਤੋਂ ਮਤਲਬ ਹੁੰਦਾ ਪਾਰਟਸ, C ਤੋਂ ਮਤਲਬ ਹੁੰਦਾ ਕੌਂਗਰੂਐਂਟ ਜਿਹਨੂੰ ਅਸੀਂ ਸਰਬੰਗਸਮ ਕਹਿੰਦੇ ਹਾਂ ਪੰਜਾਬੀ 'ਚ, T ਤੋਂ ਮਤਲਬ ਹੁੰਦਾ ਟ੍ਰਾਇੰਗਲ ਯਾਨੀ ਕਿ ਕੋਰਸਪੋਂਡਿੰਗ ਪਾਰਟਸ ਆਫ ਕੌਂਗਰੂਐਂਟ ਟ੍ਰਾਇੰਗਲ ਤੋਂ ਭਾਵ ਸਰਬੰਗਸਮ ਤ੍ਰਿਭੁਜਾਂ ਦੇ ਅਨੁਸਾਰੀ ਜਾਂ ਸੰਗਤ ਭਾਗ ਹੁੰਦਾ ਹੈ। ਇਸ ਲਈ ਇਸ ਕਥਨ ਨੂੰ ਅਸੀਂ ਸਹੀ ਕਹਾਂਗੇ। ਪ੍ਰਸ਼ਨ ਨੰਬਰ 3 ਭਾਗ ਪਹਿਲਾ, ਜੇਕਰ ਸ਼ੰਕੂ ਦਾ ਅਰਧ ਵਿਆਸ 2 ਸੈਂਟੀਮੀਟਰ ਅਤੇ ਤਿਰਛੀ ਉਚਾਈ 6 ਸੈਂਟੀਮੀਟਰ ਹੈ ਤਾਂ ਸ਼ੰਕੂ ਦੀ ਵਕਰ ਸਤ੍ਹਾ ਦਾ ਖੇਤਰਫਲ ਕੀ ਹੋਵੇਗਾ। ਪਿਆਰੇ ਵਿਦਿਆਰਥੀਓ, ਵਕਰ ਸਤ੍ਹਾ ਦਾ ਖੇਤਰਫਲ ਹੁੰਦਾ ਪਾਈ ਗੁਣਾ R ਗੁਣਾ L। ਸਾਡੇ ਕੋਲੇ ਉੱਤਰਾਂ ਦੇ ਵਿੱਚੋਂ ਪਾਈ ਗਾਇਬ ਨਹੀਂ ਕੀਤੀ ਗਈ, ਪਾਈ ਨੂੰ ਅਸੀਂ ਉਵੇਂ ਹੀ ਰੱਖ ਲਾਂਗੇ। ਉਹਦੇ ਨਾਲ ਜਿਹੜੇ ਦੋ ਮੁੱਲ ਗੁਣਾ ਹੈ ਅਰਧ ਵਿਆਸ ਦਾ ਤੇ ਤਿਰਛੀ ਉਚਾਈ ਦਾ, ਉਹ ਇੱਕ 2 ਹੈ ਇੱਕ 6, ਉਹ 12 ਨਾਲ ਗੁਣਾ ਹੋ ਕੇ 12 ਪਾਈ ਬਣ ਜਾਏਗਾ, ਯਾਨੀ ਕਿ ਆਪਸ਼ਨ A ਹੈ ਜਿਹੜਾ ਉਹ ਸਹੀ ਜਵਾਬ ਹੋਏਗਾ। ਉਸ ਤੋਂ ਬਾਅਦ ਸਮਭੁਜੀ ਤ੍ਰਿਭੁਜ ਦੇ ਹਰੇਕ ਕੋਣ ਦਾ ਮਾਪ, ਇਹ ਹਰੇਕ ਨੂੰ ਪਤਾ ਹੈ। ਤਿੰਨੇ ਭੁਜਾਵਾਂ ਸਮਾਨ ਹੁੰਦੀਆਂ, ਤਿੰਨੇ ਕੋਣ ਇੱਕੋ ਜਿਹੇ ਹੁੰਦੇ ਆ, ਤਾਂ ਤਿੰਨੇ ਕੋਣ ਇੱਕੋ ਜਿਹੇ ਹੋਣਗੇ ਤਾਂ ਉਹ ਜ਼ਰੂਰ ਹੀ 60 ਡਿਗਰੀ ਦੇ ਹੋਣਗੇ, ਯਾਨੀ ਕਿ ਆਪਸ਼ਨ ਤੁਹਾਡੀ A ਹੈ ਉਹ ਇਹਦੇ ਵਿੱਚ ਸਹੀ ਜਵਾਬ ਹੈ। ਭਾਗ ਤੀਸਰਾ ਸਾਡੇ ਕੋਲੇ ਹੈ ਤ੍ਰਿਭੁਜ ਜਿਸ ਦੀਆਂ ਭੁਜਾਵਾਂ 3 ਸੈਂਟੀਮੀਟਰ 4 ਸੈਂਟੀਮੀਟਰ ਅਤੇ 5 ਸੈਂਟੀਮੀਟਰ ਹਨ ਦਾ ਖੇਤਰਫਲ ਡੈਸ਼ ਹੋਵੇਗਾ। ਪਿਆਰੇ ਵਿਦਿਆਰਥੀਓ, ਇਹ ਜਿਹੜੀਆਂ ਤਿੰਨ ਭੁਜਾਵਾਂ ਦਾ ਮਾਪ ਹੈ ਨਾ, ਇਹਦੇ ਨਾਲ ਪਾਈਥਾਗੋਰਸ ਤ੍ਰਿਕੁਟ ਬਣਦੀ ਹੈ, ਜਿਹਦੇ ਵਿੱਚ ਵੱਡੀ ਭੁਜਾ ਕਰਨ ਹੋਏਗੀ 3 ਤੇ 4। ਇਹ ਦੋ ਭੁਜਾਵਾਂ ਕਿਹੜੀਆਂ ਨੇ ਜਿਨ੍ਹਾਂ ਵਿੱਚੋਂ ਇੱਕ ਆਧਾਰ ਹੋ ਸਕਦਾ ਤੇ ਇੱਕ ਲੰਬ ਹੋ ਸਕਦਾ ਹੈ। ਖੇਤਰਫਲ ਦਾ ਫਾਰਮੂਲਾ ਕੀ ਹੁੰਦਾ ਹੈ, 1/2 ਗੁਣਾ ਅਸੀਂ ਇਹਨੂੰ ਆਧਾਰ ਮੰਨੀਏ ਤੇ ਨਾਲ ਇਹਨੂੰ ਲੰਬ ਮੰਨੀਏ ਤਾਂ ਫਾਰਮੂਲਾ ਬਣ ਗਿਆ 1/2 ਗੁਣਾ ਆਧਾਰ ਗੁਣਾ ਲੰਬ। ਹੇਠਾਂ ਵਾਲੇ 2 ਨੇ, 4 ਨੂੰ ਕੱਟ ਕੇ 2 ਬਣਾਤਾ, 3 ਗੁਣਾ 2 6, ਯਾਨੀ ਕਿ ਖੇਤਰਫਲ ਕੀ ਹੋਊਗਾ 6 ਵਰਗ ਇਕਾਈਆਂ। ਭਾਗ ਚੌਥਾ ਗੋਲੇ ਦੀ ਸਤ੍ਹਾ ਦਾ ਖੇਤਰਫਲ। ਪਿਆਰੇ ਵਿਦਿਆਰਥੀਓ, ਸਭ ਨੂੰ ਯਾਦ ਹੋਣਾ ਚਾਹੀਦਾ 4 ਪਾਈ R ਸੁਕੁਅਰ, ਯਾਨੀ ਕਿ 4 ਪਾਈ R ਦੀ ਘਾਤ 2। ਇਹ ਗੋਲੇ ਦੀ ਵਕਰ ਸਤ੍ਹਾ ਕਹਿ ਲਓ ਜਾਂ ਕੁੱਲ ਸਤ੍ਹਾ ਕਹਿ ਲਓ, ਇੱਕੋ ਹੀ ਫਾਰਮੂਲਾ ਹੁੰਦਾ 4 ਪਾਈ R ਦੀ 2। ਇਸ ਤੋਂ ਅੱਗੇ ਪੰਜਵਾਂ ਜਿਹੜਾ ਭਾਗ ਹੈ ਘਣਾਵ ਦੀ ਕੁੱਲ ਸਤ੍ਹਾ ਦਾ ਖੇਤਰਫਲ। ਵੱਡਾ ਸਾਰਾ ਫਾਰਮੂਲਾ ਆਪਾਂ ਦੱਸਦੇ ਹੁੰਦੇ ਆ, 2 ਬ੍ਰੈਕਟ 'ਚ LB ਜੋੜ BH ਜੋੜ HL, ਯਾਨੀ ਕਿ ਆਹ ਵਾਲਾ ਹੈ C ਆਪਸ਼ਨ ਸਹੀ ਵਿਕਲਪ ਹੋਏਗਾ। 6ਵਾਂ ਪ੍ਰਸ਼ਨ ਜਿਹੜਾ 6ਵਾਂ ਭਾਗ ਹੈ ਕਿਸੇ ਘਟਨਾ ਦੇ ਹੋਣ ਦੀ ਸੰਭਾਵਨਾ ਹਮੇਸ਼ਾ 0 ਤੋਂ 1 ਦੇ ਵਿਚਕਾਰ ਹੁੰਦੀ ਹੈ, ਯਾਨੀ ਕਿ 0 ਤੋਂ ਵੱਡੀ ਤੇ 1 ਤੋਂ ਛੋਟੀ, ਇਹਨੂੰ ਕਹਿ ਸਕਦੇ ਹਾਂ 0 ਤੋਂ 1 ਤੱਕ ਹੁੰਦੀ ਹੈ। ਕਿਸੇ ਇਹਦੀ ਆਪਸ਼ਨ ਜਿਹੜੀ ਹੋਏਗੀ ਉਹ ਫਿਰ ਉਹ A ਸਹੀ ਕਿਹਾ ਜਾਏਗਾ। 7ਵਾਂ ਭਾਗ ਹੈ ਜੇਕਰ ਇੱਕ ਸਿਲੰਡਰ ਦਾ ਵਿਆਸ 2R ਸੈਂਟੀਮੀਟਰ ਹੈ, ਫਾਰਮੂਲੇ 'ਚ ਅਰਧ ਵਿਆਸ ਦੀ ਲੋੜ ਪੈਂਦੀ ਹੈ ਤਾਂ ਅਰਧ ਵਿਆਸ ਪਹਿਲਾਂ ਹੀ ਮੰਨ ਕੇ ਚੱਲੋਗੇ, ਅਰਧ ਵਿਆਸ ਕੀ ਹੋਏਗਾ R, ਉਚਾਈ H ਹੈ ਤਾਂ ਇਸ ਦੀ ਵਕਰ ਸਤ੍ਹਾ ਦਾ ਖੇਤਰਫਲ। ਤਾਂ ਇਹ ਵਕਰ ਸਤ੍ਹਾ ਦਾ ਖੇਤਰਫਲ ਹੁੰਦਾ ਘੇਰਾ ਗੁਣਾ ਉਚਾਈ 2 ਪਾਈ R ਗੁਣਾ H। ਤਾਂ ਪਿਆਰੇ ਵਿਦਿਆਰਥੀਓ, 2 ਪਾਈ R ਦੀ ਥਾਂ ਤੇ ਅਰਧ ਵਿਆਸ ਅਸੀਂ ਲਵਾਂਗੇ R ਤੇ H ਉਚਾਈ ਲਵਾਂਗੇ, ਯਾਨੀ ਕਿ 2 ਪਾਈ R H। ਸਾਡੇ ਕੋਲੇ B ਆਪਸ਼ਨ ਹੈ, ਇਹ ਸਹੀ ਜਵਾਬ ਹੈ ਸਿਲੰਡਰ ਦੀ ਵਕਰ ਸਤ੍ਹਾ ਦੇ ਖੇਤਰਫਲ ਲਈ। ਤੇ ਅਖੀਰਲਾ ਜਿਹੜਾ ਹੈਗਾ ਬਹੁਤ ਹੀ ਸੌਖਾ ਹੈ, 6ਵੀਂ ਦੇ ਪੱਧਰ ਦਾ ਪ੍ਰਸ਼ਨ ਹੈ। ਇੱਕ ਤ੍ਰਿਭੁਜ ਵਿੱਚ ਡੈਸ਼ ਸਿਖਰ ਹੁੰਦੇ ਹਨ, 3 ਭੁਜਾਵਾਂ ਹੁੰਦੀਆਂ, 3 ਕੋਣ ਹੁੰਦੇ ਆ ਤੇ ਸਿਖਰ ਵੀ 3 ਹੀ ਹੁੰਦੇ ਆ। B ਆਪਸ਼ਨ ਹੈ ਜਿਹੜੀ ਉਹ ਸਹੀ ਜਵਾਬ ਹੈ। ਪਿਆਰੇ ਵਿਦਿਆਰਥੀਓ, ਇਸ ਦੇ ਨਾਲ ਹੀ ਊੜੇ ਭਾਗ ਨਾਲ ਸੰਬੰਧਿਤ ਇੱਕ ਪ੍ਰਸ਼ਨਾਂ ਵਾਲੇ ਜਿਹੜੇ ਇੱਕ ਅੰਕਾਂ ਵਾਲੇ ਪ੍ਰਸ਼ਨ ਸੀ ਉਹਨਾਂ ਦਾ ਹੱਲ ਇੱਥੇ ਸਮਾਪਤ ਹੁੰਦਾ ਹੈ। ਬਾਕੀ ਭਾਗਾਂ ਦੇ ਹੱਲ ਲਈ ਤੁਸੀਂ ਇੰਤਜ਼ਾਰ ਕਰ ਸਕਦੇ ਹੋ। ਤੁਹਾਡਾ ਬਹੁਤ ਬਹੁਤ ਧੰਨਵਾਦ।